ਅਗਰ ਸਾਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਕੋਈ ਇਹੀ ਸਵਾਲ ਕਰ ਲਵੇ ਕਿ ਤੁਹਾਨੂੰ ਪੈਸਾ ਚਾਹੀਦਾ ਜਾਂ ਰੱਬ ਚਾਹੀਦਾ, ਮੋਸਟਲੀ ਸਾਡਾ ਸਭ ਦਾ ਜਵਾਬ ਹੋਵੇਗਾ ਕਿ ਪੈਸਾ। ਕਿਉਂ? ਕਿਉਂਕਿ ਅਸੀਂ ਪਹਿਲਾਂ ਉਸ ਜਗ੍ਹਾ ਨੂੰ, ਉਸ ਜ਼ਮੀਨ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਜਿੱਥੇ ਅਸੀਂ ਉੱਠਦੇ ਹਾਂ, ਬੈਠਦੇ ਹਾਂ, ਜਾਂ ਜਿੱਥੇ ਅਸੀਂ ਖੜ੍ਹੇ ਹਾਂ ਜਾਂ ਬੈਠੇ ਹਾਂ। ਉਹ ਜਗ੍ਹਾ ਖੂਬਸੂਰਤ ਹੋ ਜਾਏ, ਸਾਫ਼ ਹੋ ਜਾਏ ਅਤੇ ਸਾਡੇ ਰਹਿਣ ਦੇ ਕਾਬਿਲ ਹੋ ਜਾਏ। ਇਸ ਦੇ ਨਾਲ ਸਾਡੀ ਜ਼ਿੰਦਗੀ ਦਾ ਜੋ ਪਹਿਲਾ ਕਦਮ ਹੈ ਉਹ ਪੂਰਾ ਹੁੰਦਾ ਵਾ। ਹੁਣ ਅਸੀਂ ਇਸ ਕਦਮ ਨੂੰ ਪੂਰਾ ਕਿੰਜ ਕਰਾਂਗੇ ਅਤੇ ਸਾਨੂੰ ਹਰ ਤਰਫ ਦੇ ਵਿੱਚ, ਹਰ ਪਾਸੇ ਤੋਂ ਸਾਨੂੰ ਕਾਮਯਾਬੀ ਮਿਲੇ। ਅਸੀਂ ਅਜਿਹਾ ਕਿਹੜਾ ਸਟੈਪ ਲਈਏ, ਕਿਹੜਾ ਕਦਮ ਚੁੱਕੀਏ ਕਿ ਅਸੀਂ ਕਾਮਯਾਬ ਹੋਈਏ। ਅਸੀਂ ਜ਼ਿੰਦਗੀ ਦੇ ਹਰ ਮੁਕਾਮ ਦੇ ਉੱਤੇ, ਹਰ ਕਦਮ ਦੇ ਵਿੱਚ, ਹਰ ਪਲ ਦੇ ਵਿੱਚ, ਹਰ ਸਾਹ ਦੇ ਵਿੱਚ ਖੁਸ਼, ਸੁਖੀ ਤੇ ਸ਼ਾਂਤ ਹੋਣਾ ਚਾਹੁੰਦੇ ਹਾਂ। ਉਹ ਕਿੰਜ ਹੋਊਗਾ, ਕਿੱਥੋਂ ਹੋਊਗਾ? ਸਮਝਣਾ ਅਤੇ ਜਾਣਨਾ ਸਦਾ ਖੁਦ ਨੂੰ ਹੁੰਦਾ। ਪਹਿਚਾਨਣਾ ਅਤੇ ਮੰਨਣਾ ਸਦਾ ਦੂਸਰੇ ਤੋਂ ਹੁੰਦਾ। ਮਤਲਬ ਕਿ ਸਦਾ ਹੀ ਅਸੀਂ ਸਬਜੈਕਟ ਨੂੰ ਸਮਝਣਾ ਤੇ ਜਾਣਨਾ ਵਾ, ਆਬਜੈਕਟ ਨੂੰ ਪਹਿਚਾਨਣਾ ਤੇ ਮੰਨਣਾ ਵਾ। ਸਬਜੈਕਟ ਨੂੰ ਜਾਣ ਲੈਂਦੇ ਹਾਂ। ਸਬਜੈਕਟ ਦੀ ਜਿਹੜੀ ਜਾਣਕਾਰੀ ਹੁੰਦੀ ਆ, ਜਦੋਂ ਅਸੀਂ ਉਸ ਨੂੰ ਉਪਯੋਗ ਦੇ ਵਿੱਚ ਲੈ ਕੇ ਆਉਂਦੇ ਹਾਂ, ਇਹ ਜੋ ਉਪਯੋਗਤਾ ਦੇ ਵਿੱਚ ਅਸੀਂ ਲੈ ਕੇ ਆਂਦਾ ਵਾ, ਇਹ ਜੋ ਸਾਡਾ ਜਾਣਨਾ ਸੀ ਸਬਜੈਕਟ ਨੂੰ, ਜਦੋਂ ਅਸੀਂ ਇਸ ਨੂੰ ਉਪਯੋਗ ਦੇ ਵਿੱਚ ਲੈ ਕੇ ਆਂਦਾ, ਇਸ ਦੀ ਵਰਤੋਂ ਕੀਤੀ। ਅਸੀਂ ਵਰਤੋਂ ਕਿਸ ਚੀਜ਼ ਦੇ ਨਾਲ ਕਰਾਂਗੇ? ਆਪਣੀ ਸਮਝ ਦੇ ਨਾਲ। ਜੋ ਅਸੀਂ ਉਸ ਚੀਜ਼ ਨੂੰ, ਸਬਜੈਕਟ ਨੂੰ ਜਾਣਿਆ, ਕੀ ਅਸੀਂ ਸਹੀ ਜਾਣ ਲਿਆ? ਸਾਡੀ ਇਹ ਪਹਿਚਾਣ ਕਿੱਥੋਂ ਆਊਗੀ ਸਾਨੂੰ? ਜਦੋਂ ਅਸੀਂ ਉਸ ਨੂੰ ਵਰਤਾਂਗੇ, ਉਸ ਦਾ ਉਪਯੋਗ ਕਰਾਂਗੇ। ਸਾਡੀ ਉਪਯੋਗਤਾ ਵਜੋਂ ਇਹ ਸਾਨੂੰ ਦੱਸੂਗੀ ਕਿ ਜੋ ਸਾਡੀ ਜਾਣਕਾਰੀ ਸੀ, ਜੋ ਅਸੀਂ ਸਬਜੈਕਟ ਨੂੰ ਜਾਣਿਆ ਵਾ, ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਨਹੀਂ ਸਹੀ। ਆਬਜੈਕਟ ਦੀ ਜੋ ਪਹਿਚਾਣ ਹੁੰਦੀ ਆ, ਜੋ ਸਾਡੀ ਆਬਜੈਕਟ ਦੇ ਲਈ ਪਹਿਚਾਣ ਬਣ ਜਾਂਦੀ ਆ, ਅਸੀਂ ਉਸ ਨੂੰ ਕਿਹੜੇ ਐਂਗਲ ਤੋਂ ਪਹਿਚਾਨਣਾ, ਕਿੰਜ ਪਹਿਚਾਨਣਾ। ਜਦੋਂ ਉਹ ਸਾਡੀ ਪਹਿਚਾਣ ਸਹੀ ਹੋ ਜਾਂਦੀ ਆ, ਜੋ ਉਸ ਦੇ ਪ੍ਰਤੀ ਭਰੋਸਾ, ਜੋ ਉਸ ਦੇ ਪ੍ਰਤੀ ਸ਼ਰਧਾ ਕਹੋ, ਕੁਛ ਵੀ ਕਹੋ, ਉਸ ਨੂੰ ਅਸੀਂ ਕਹਾਂਗੇ ਕਿ ਅਸੀਂ ਇਸ ਨੂੰ ਇਹ ਮੰਨਦੇ ਹਾਂ। ਚਾਹੇ ਉਹ ਪਦਾਰਥਵਾਦੀ ਹੋਵੇ, ਚਾਹੇ ਉਹ ਧਰਮਵਾਦੀ ਹੋਵੇ, ਚਾਹੇ ਉਹ ਆਤਮਿਕਵਾਦੀ ਹੋਵੇ। ਮੰਨਣਾ ਅਤੇ ਜਾਣਨਾ, ਸਮਝਣਾ ਅਤੇ ਪਹਿਚਾਨਣਾ, ਸਾਡੇ ਇਹ 4 ਸਵਾਲ ਨੇ ਜਿਨ੍ਹਾਂ ਨੂੰ ਅਸੀਂ ਤਰਤੀਬਵਾਰ ਹਰ ਦਿਸ਼ਾ ਤੋਂ, ਹਰ ਦਸ਼ਾ ਤੋਂ, ਹਰ ਐਂਗਲ ਤੋਂ ਸਬਜੈਕਟ ਬਣਾ ਕੇ, ਆਬਜੈਕਟ ਬਣਾ ਕੇ ਅਸੀਂ ਇਹਨਾਂ ਨੂੰ ਹੱਲ ਕਰਾਂਗੇ। ਜੇ ਅਸੀਂ ਇਹਨਾਂ ਨੂੰ ਹੱਲ ਕਰ ਲਿਆ, ਸਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਹੋਰ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਪੈਣੀ। ਅਸੀਂ ਜ਼ਿੰਦਗੀ ਦੇ ਹਰ ਹਿੱਸੇ ਦੇ ਵਿੱਚ ਕਾਮਯਾਬ ਹੋਵਾਂਗੇ। ਅਸੀਂ ਇੰਝ ਨਹੀਂ ਕਿ ਅਸੀਂ ਪੈਸੇ ਦੇ ਹਿੱਸੇ ਦੇ ਵਿੱਚ ਹੀ ਕਾਮਯਾਬ ਹੋਣਾ। ਬਹੁਤ ਪੈਸਾ ਹੋਵੇ ਉਹ ਵੀ ਸੋਹਣੀ ਗੱਲ ਨਹੀਂ। ਬਹੁਤ ਹੀ ਅਸੀਂ ਗਿਆਨ ਦੀਆਂ ਹੀ ਗੱਲਾਂ ਕਰਨੀਆਂ, ਉਹ ਵੀ ਸਹੀ ਗੱਲ ਨਹੀਂ। ਅਸੀਂ ਜ਼ਿੰਦਗੀ ਦੇ ਹਰ ਮੁਕਾਮ ਦੇ ਵਿੱਚ, ਹਰ ਹਿੱਸੇ ਦੇ ਵਿੱਚ ਕਾਮਯਾਬ ਹੋਣਾ। ਇਸ ਗੱਲ ਨੂੰ ਸਦਾ ਯਾਦ ਰੱਖਣਾ ਕਿ ਮੈਂ ਹਰ ਹਿੱਸੇ ਦੇ ਵਿੱਚ ਕਾਮਯਾਬ ਹੋਣ ਦੀ ਗੱਲ ਕਰੂੰਗੀ। ਪੈਸੇ ਦੇ ਵੱਲੋਂ ਸੰਤੁਸ਼ਟੀ, ਧਰਮ ਦੇ ਵੱਲੋਂ ਸੰਤੁਸ਼ਟੀ, ਜ਼ਿੰਦਗੀ ਦੇ ਵਿੱਚ ਜੀਣ ਦੇ ਵੱਲੋਂ ਸੰਤੁਸ਼ਟੀ, ਹਰ ਚੀਜ਼ ਦੇ ਵਿੱਚ ਸਾਨੂੰ ਪਰਿਪੂਰਨਤਾ ਦਾ ਅਹਿਸਾਸ ਕਿੰਜ ਹੋਊਗਾ? ਸਾਡਾ ਸਵਾਲ ਇਹ ਆ। ਜਦ ਵੀ ਅਸੀਂ ਇੱਥੇ ਗੱਲ ਕਰਦੇ ਜਾਵਾਂਗੇ, ਸਾਡੇ ਮਨ ਦੇ ਵਿੱਚ ਬਹੁਤ ਹੀ ਸਵਾਲ ਪੈਦਾ ਹੋਣਗੇ। ਉਹਨਾਂ ਸਵਾਲਾਂ ਨੂੰ ਸਦਾ ਹੀ ਅਸੀਂ ਆਪਣੇ ਕਿਸੇ ਕਾਪੀ ਦੇ ਉੱਤੇ, ਪੇਪਰ ਦੇ ਉੱਤੇ ਲਿਖਦੇ ਜਾਣਾ। ਅਸੀਂ ਇਹਨਾਂ 4 ਸਵਾਲਾਂ ਦੇ 2 ਹਿੱਸੇ ਕੀਤੇ ਆ।
ਸਮਝਣਾ ਅਤੇ ਜਾਣਨਾ, ਅਸੀਂ ਇਸ ਨੂੰ ਸਬਜੈਕਟ ਬਣਾਇਆ। ਪਹਿਚਾਨਣਾ ਅਤੇ ਮੰਨਣਾ, ਇਸ ਨੂੰ ਅਸੀਂ ਆਬਜੈਕਟ ਬਣਾਇਆ। ਪਰ ਅਸੀਂ ਇਸ ਨੂੰ ਉਲਟ ਵੀ ਕਰ ਸਕਦੇ ਸੀ, ਅਸੀਂ ਕਿਉਂ ਨਹੀਂ ਕੀਤਾ? ਇਹੋ ਜਿਹੇ ਸਵਾਲ ਬਹੁਤ ਵਾਰੀ ਆਉਣਗੇ ਆਪਣੇ ਮਨਾਂ ਦੇ ਵਿੱਚ। ਜਦੋਂ ਅਸੀਂ ਆਪਣੇ ਕਿਸੇ ਵੀ ਸਬਜੈਕਟ ਦੇ ਉੱਤੇ ਜਾਂ ਆਬਜੈਕਟ ਦੇ ਉੱਤੇ, ਮਤਲਬ ਕਿ ਸਮਝਣ ਦੇ ਉੱਤੇ ਜਾਂ ਜਾਣਨ ਦੇ ਉੱਤੇ ਜਾਂ ਪਹਿਚਾਨਣ ਦੇ ਉੱਤੇ ਜਾਂ ਮੰਨਣ ਦੇ ਉੱਤੇ ਅਸੀਂ ਚਾਰੋਂ ਤਰਫ ਹਮਲਾ ਕਰੀਏ, ਤਾਂ ਅਸੀਂ ਦੇਖਾਂਗੇ ਕਿ ਅਸੀਂ ਇੱਕੋ ਹੀ ਬਿੰਦੂ ਦੇ ਉੱਤੇ ਆ ਕੇ ਖੜੇ ਹੋ ਗਏ। ਇਹ ਚਾਰੇ ਸਾਨੂੰ ਇੱਕੋ ਹੀ ਬਿੰਦੂ ਦੇ ਉੱਤੇ ਲੈ ਕੇ ਜਾਣਗੇ। ਸਵਾਲਾਂ ਨੂੰ ਅਸੀਂ ਕਦਮ ਕਦਮ ਦੇ ਨਾਲ ਆਪਣੇ ਸਾਥ ਲੈ ਕੇ ਚੱਲਣਾ। ਇਹਨਾਂ ਚਾਰ ਸਵਾਲਾਂ ਦੇ ਜ਼ਰੀਏ ਹੀ ਅਸੀਂ ਜ਼ਿੰਦਗੀ ਨੂੰ ਜੀਣ ਦੀ ਕਲਾ ਦੇ ਵਿੱਚ ਦੀ ਦੇਖਾਂਗੇ, ਮਤਲਬ ਕਿ ਅਸੀਂ ਜੀਣ ਦੀ ਕਲਾ ਦੇ ਵਿੱਚ ਮਾਹਰ ਹੋ ਜਾਵਾਂਗੇ। ਜ਼ਿੰਦਗੀ ਦਾ ਫਿਰ ਕੋਈ ਵੀ ਹਿੱਸਾ ਹੋ, ਜ਼ਿੰਦਗੀ ਦਾ ਕੋਈ ਵੀ ਵਿਸ਼ਾ ਹੋ, ਜ਼ਿੰਦਗੀ ਦਾ ਕੋਈ ਵੀ ਇਨਾਮ ਹੋ, ਮਤਲਬ ਕਿ ਡਿਮੈਂਸ਼ਨ ਹੋ, ਲੈਵਲ ਹੋ, ਕਿਤੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਖੜੇ ਹੋਈਏ, ਸਾਨੂੰ ਜ਼ਿੰਦਗੀ ਦਾ ਮਜ਼ਾ ਹੀ ਮਜ਼ਾ ਆਏਗਾ। ਹੁਣ ਅਸੀਂ ਇੱਥੇ ਖੁਦ ਨੂੰ ਜਾਣਨਾ, ਖੁਦ ਨੂੰ ਕੈਸੇ ਜਾਣਾਂਗੇ? ਅੱਜ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਸਾਡੇ ਮਨ ਦੇ ਵਿੱਚ ਕਿਹੜੀ ਸੋਚ ਚੱਲ ਰਹੀ ਆ, ਅਸੀਂ ਇਸ ਵਕਤ ਕਿਸ ਸੋਚ ਦੇ ਵਿੱਚ ਖੜੇ ਹਾਂ। ਅੱਜ ਅਸੀਂ ਇਸ ਸੋਚ ਨੂੰ, ਕਿਉਂਕਿ ਸੋਚ ਦੇ ਵਿੱਚ ਖੜੇ ਹਾਂ, ਅਸੀਂ ਆਪਣੇ ਆਪ ਨੂੰ ਜਾਣਨਾ। ਅਸੀਂ ਜੋ ਮੈਂ ਤਾਂ ਹੋ ਗਈ ਸਬਜੈਕਟ। ਹੁਣ ਸੋਚ ਆ, ਮੇਰੇ 'ਚ ਸੋਚ ਚੱਲ ਰਹੀ ਆ, ਮੈਂ ਇਸ ਸੋਚ ਨੂੰ ਆਬਜੈਕਟ ਬਣਾਉਣਾ ਵਾ। ਸੋਚ, ਹੁਣ ਮੇਰੇ ਵਿੱਚ ਕਿਹੜੀ ਸੋਚ ਚੱਲ ਰਹੀ ਆ, ਇਸ ਸੋਚ ਦੇ ਪ੍ਰਤੀ ਸੋਚਣਾ ਹੀ ਮੈਨੂੰ ਮੇਰੇ ਤੱਕ ਲੈ ਆਊਗਾ। ਸੋਚ, ਮੈਂ ਕੀ ਸੋਚਦੀ ਹਾਂ? ਇਹ ਸਵਾਲ ਆ ਜਿਹੜਾ, ਜਦੋਂ ਮੈਂ ਇਹ ਆਪਣੇ ਆਪ ਨੂੰ ਸਵਾਲ ਕੀਤਾ ਕਿ ਮੈਂ ਕੀ ਸੋਚ ਰਹੀ ਹਾਂ, ਮੈਂ ਉਸੇ ਵਕਤ ਇਸ ਸਵਾਲ ਨੇ ਮੈਨੂੰ ਮੇਰੇ ਪ੍ਰੈਜ਼ੈਂਟ ਵਰਤਮਾਨ ਕਾਲ ਦੇ ਵਿੱਚ ਲੈ ਆਂਦਾ। ਸੋਚ, ਹੁਣ ਮੈਂ ਇਸ ਸੋਚ ਦੇ ਨਾਲ ਵਿਚਾਰਨਾ, ਇਸ ਸੋਚ ਨੂੰ ਵਿਚਾਰਨਾ, ਇਸ ਸੋਚ ਨੂੰ ਜਿਵੇਂ ਦਹੀਂ ਨੂੰ ਮਧਾਣੀ ਦੇ ਵਿੱਚ ਪਾ ਦੇਈਦਾ, ਫਿਰ ਰਿੜਕੀ ਦਾ, ਜਿਸ ਨੂੰ ਗੁਰਬਾਣੀ ਦੇ ਵਿੱਚ ਕਿਹਾ ਮਨਨਸ਼ੀਲਤਾ। ਹੁਣ ਇਸ ਨੂੰ ਵਿਚਾਰਨਾ, ਵਿਚਾਰਸ਼ੀਲਤਾ ਤੇ ਮਨਨਸ਼ੀਲਤਾ ਇੱਕੋ ਹੀ ਚੀਜ਼ ਆ। ਸੋਚ ਨੂੰ ਆਬਜੈਕਟ ਬਣਾ ਲਿਆ, ਹੁਣ ਅਸੀਂ ਇਸ ਸੋਚ ਨੂੰ ਵਿਚਾਰਨਾ ਵਾ, ਇਸ ਨੂੰ ਰਿੜਕਣਾ ਵਾ, ਇਸ ਦੀ ਜੜ ਤੱਕ ਪਹੁੰਚਣਾ, ਇਸ ਦੇ ਪਾਸਟ ਨੂੰ, ਇਸ ਦੇ ਵਰਤਮਾਨ ਨੂੰ ਅਤੇ ਇਸ ਦੇ ਫਿਊਚਰ ਨੂੰ ਆਪਣੇ ਮਨ ਦੀ ਪ੍ਰਯੋਗਸ਼ਾਲਾ ਦੇ ਵਿੱਚ ਟੈਸਟ ਕਰਨਾ ਵਾ। ਜਿਵੇਂ ਕਿ ਮੇਰੇ 'ਚ ਸੋਚ ਚੱਲ ਰਹੀ ਆ, ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ, ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲੇਖ ਜੋ ਮੈਂ ਲਿਖ ਰਹੀ ਹਾਂ, ਬੋਲ ਰਹੀ ਹਾਂ, ਇਸ ਨੂੰ ਤੁਹਾਡੇ ਤੱਕ ਪਹੁੰਚਾਉਣਾ। ਮੇਰੇ 'ਚ ਇਹ ਸੋਚ ਚੱਲ ਰਹੀ ਹੈ ਕਿ ਮੈਂ ਕਿਵੇਂ ਪਹੁੰਚਾਵਾਂ, ਇਹ ਮੇਰਾ ਸਵਾਲ ਆ। ਅਤੇ ਨਾਲ ਹੀ ਇੱਥੇ ਇੱਕ ਹੋਰ ਸਵਾਲ ਲਊਂਗੀ ਕਿ ਮੇਰੀ ਇੱਕ ਦੋਸਤ ਆ, ਉਸ ਦੇ ਮਨ ਦੇ ਵਿੱਚ ਸੋਚ ਚੱਲ ਰਹੀ ਆ ਕਿ ਮੈਂ ਆਪਣੇ ਬੇਟੇ ਨੂੰ ਇਸ ਹਾਲਾਤ ਦੇ ਬਾਰੇ ਕਿਵੇਂ ਸਮਝਾਵਾਂ ਤਾਂ ਕਿ ਉਹ ਸਹੀ ਰਾਹ ਤੇ ਚੱਲ ਪਵੇ। ਹੁਣ ਇਹ ਦੋ ਸੋਚਾਂ ਨੇ ਜਿਨ੍ਹਾਂ ਨੂੰ ਆਪਾਂ ਜਾਣਾਂਗੇ, ਜਿਨ੍ਹਾਂ ਦੀ ਜਾਣਕਾਰੀ ਸਾਡੀ ਸਮਝ ਬਣੂਗੀ। ਇੱਕ ਸੋਚ ਮੇਰੀ ਆ, ਮੈਂ ਆਪਣੀ ਸੋਚ ਨੂੰ ਆਬਜੈਕਟ ਬਣਾ ਲਿਆ, ਜਿਸ ਦੇ ਨਾਲ ਮੈਨੂੰ ਸੋਚ ਦੀ ਪਹਿਚਾਣ ਆਊਗੀ, ਜੋ ਮੇਰੀ ਫਿਰ ਮਾਨਤਾ ਬਣੂਗੀ। ਇਹ ਇੱਕ ਕਦਮ ਦੇ ਨਾਲ ਹੀ ਮੇਰੇ ਜੋ ਚਾਰੇ ਸਵਾਲ ਨੇ ਉਹ ਕਿੰਝ ਹੱਲ ਹੋਣਗੇ। ਆਪਾਂ ਇਸ ਨੂੰ ਦੇਖਦੇ ਹਾਂ, ਇੱਕ ਮੇਰੀ ਸੋਚ ਨੂੰ ਅਤੇ ਇੱਕ ਮੇਰੀ ਦੋਸਤ ਦੀ ਸੋਚ ਨੂੰ, ਕਿ ਮੈਂ ਆਪਣੇ ਬੱਚੇ ਨੂੰ ਇਸ ਹਾਲਾਤ ਦੇ ਬਾਰੇ ਕਿਵੇਂ ਸਮਝਾਵਾਂ। ਇੱਥੇ ਅਸੀਂ ਇੱਕ, ਜਦੋਂ ਮੈਂ ਕਹੂੰਗੀ ਇੱਕ ਮੇਰੀ ਸੋਚ ਨੂੰ, ਇੱਕ ਮੈਂ ਆਪਣੇ ਦਸ਼ਾ ਨੂੰ ਦੇਖੂੰਗੀ ਤੇ ਦਿਸ਼ਾ ਨੂੰ ਜਾਣੂੰਗੀ, ਇੱਕ ਮੈਂ ਦੂਸਰੇ ਦੀ ਦਸ਼ਾ ਨੂੰ ਦੇਖੂੰਗੀ ਤੇ ਉਸ ਦੀ ਦਿਸ਼ਾ ਨੂੰ ਜਾਣੂੰਗੀ। ਇਸ ਤੋਂ ਅੱਗੇ ਕਿੰਝ ਦੇਖੂੰਗੀ, ਕਿੰਝ ਜਾਣੂੰਗੀ, ਇਸ ਨੂੰ ਲੈ ਕੇ ਅੱਗੇ ਚੱਲਦੇ ਹਾਂ।